जो हमरी बिद होती मेरे सतगुरा, सा बिद तुम हर जानो आपे। हम रुलते फिरते कोई बात न पूछता, गुर सतगुर संग कीरे हम थापे। धन धन गुरु नानक जन केरा, जित मिलय चुके सब सोग संतापे। धन धन गुरु नानक जन केरा, जित मिलय चुके सब सोग संतापे। सम्मानयोग गुरु की साजी हुई गुरु प्यारी साध संगत जी, गुरु महाराज ने कृपा करके साध संगत दियां अनमोल घड़ियां सानू बख्शिश कीतियां हन। हर एक इंसान दी जो जिंदगी है उसदा एक एक पल बड़ा कीमती हुंदा है, पर जदों आपां गुरु साहिबान जी दे कोल आके सजदे हाँ, उस वक्त ये जो सवास हन, ये घड़ियां हन, ये होर भी सुहावणियां ते कीमती हो जांदियां हन जी। गुरबाणी दी विचार नूं आरंभ करन तो प्रथम प्यार अदब ते सत्कार दे नाल आखना करिए जी, वाहिगुरु जी का खालसा, वाहिगुरु जी की फतेह। अज दा जो पावन बचन है सोरठ राग दे विच गुरु अर्जन देव जी महाराज उन्हां दी रसना तो गायन किया होया है, जो कि 623 अंग तो आरंभ होके 624 अंग ते संपूर्ण हो जाता है। एक पावन शब्द गुरु अर्जन देव जी महाराज इस शब्द के अंदर परमात्मा के जिहड़े गुण हैं उन्होंने प्यार दे नाल गायन करने लई आख रहे हैं, क्योंकि गुण गाउण दे तां बहुत तरीके ने। परमात्मा दे गुण गाए जा सकते आ रसना दे द्वारा, उच्ची उच्ची बोल के, या परमात्मा के गुणां नूं बयान किया जा सकता है कथा विचार राहीं, किताबां राहीं, बहुत सारे ढंग तरीके हैं। पर जदों परमात्मा दे सुभाव, गुरु जैसा सुभाव बनाउण दी गल आउंदी आ, उदों फिर सच्चे दिल दे नाल प्रेम दे विच भिज के ही वाहिगुरु दे गुण जिहड़े आ गाए जा सकते आ। इस तो बिना होर कोई चारा नहीं है। गुरु अर्जन देव जी ये भी आखदे आ कि जिहड़े साडे एक साह आउंदा उहदी लड़ी, उहदी कड़ी दूजे साह नाल जाके जुड़दी है, फिर वो अगले साह दे नाल जाके जुड़दी है। ये कड़ी नूं जोड़न वाला ये सहारा, ये विधि वाहिगुरु द्वारा ही बनाई जाती है ते उहदे द्वारा ही तोड़ी जाती है। संत जनां दे चरनां दी जिहड़ी धूड़ आ वो पततां तो पनीत कर दिंदी है बंदे नूं। रब दे प्यारिआं दे चरनां दी धूड़ ही गुरसिख वास्ते सुरमा हुंदा।
ਜਿਹਨੂੰ ਰੋਜ਼ ਹੀ ਅੱਖਾਂ ਵਿੱਚ ਪਾ ਕੇ ਆਪਣੀਆਂ ਇਸ ਤਰ੍ਹਾਂ ਅੰਧੀਆਂ ਅੱਖਾਂ ਦਾ ਇਲਾਜ ਕਰਦਾ ਹੈ, ਜਿਹਦੇ ਨਾਲ ਸਾਰਾ ਜਗਤ ਹੀ ਉਹਨੂੰ ਇੱਕ ਦਾ ਹੀ ਹੁੰਦਾ ਪ੍ਰਤੀਤ ਹੁੰਦਾ, ਇੱਕ ਤੋਂ ਹੀ ਬਣਿਆ ਪ੍ਰਤੀਤ ਹੁੰਦਾ। ਰੱਬ ਦੇ ਪਿਆਰਿਆਂ ਦੀ ਰਾਹ ਦੀ ਚਰਨਾਂ ਦੀ ਧੂੜ ਉਹਨੂੰ ਅਸੀਂ ਆਪਣਾ ਸੁਰਮਾ ਸਮਝਿਆ ਹੈ, ਤੇ ਇਹ ਸੁਰਮੇ ਨੂੰ ਇਸ ਤਰ੍ਹਾਂ ਸੰਗਤ ਵਿੱਚ ਆ ਕੇ ਅੱਖਾਂ ਵਿੱਚ ਪਾਇਆ। ਸਾਨੂੰ ਹੁਣ ਦੁਨੀਆ ਵਿੱਚ ਵਿਕਣ ਵਾਲੇ ਕੱਜਲ ਸੁਰਮੇ ਦੀ ਲੋੜ ਨਹੀਂ। ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਹੀ ਸਾਡੇ ਲਈ ਜਦੋਂ ਦੀ ਸੁਰਮਾ ਬਣ ਗਈ, ਉਦੋਂ ਤੋਂ ਸਾਨੂੰ ਦੁਨਿਆਵੀ ਸੁਰਮੇ ਦੀ ਕੋਈ ਲੋੜ ਨਹੀਂ ਹੈਗੀ। ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਦਿਨ ਰਾਤ ਗਾਉਂਦੇ ਆ, ਉਹ ਮੁੜ ਮੁੜ ਜੂਨਾਂ ਵਿੱਚ ਨਹੀਂ ਆਉਂਦੇ। ਜਿਹਦੇ 'ਤੇ ਅਕਾਲ ਪੁਰਖ ਦੀ ਰਹਿਮਤ ਹੋ ਜਾਂਦੀ ਆ, ਉਹੀ ਰਸ ਨੂੰ ਜਾਣ ਸਕਦਾ ਕਿ ਵਾਹਿਗੁਰੂ ਦਾ ਰਸ ਕੀ ਹੁੰਦਾ। ਉਹ ਕਿਤਨਾ ਕੁ ਬੇਅੰਤ ਆ, ਕਿਤਨਾ ਕੁ ਰਸ ਆ, ਕਿਤਨੀ ਕੁ ਮਿੱਠੀ ਬਾਣੀ ਆ ਕਿ ਸ਼ਹਿਦ, ਖੰਡ, ਇਹ ਸਾਰੀਆਂ ਚੀਜ਼ਾਂ ਤਾਂ ਬਿਲਕੁਲ ਇਹਦੇ ਅੱਗੇ ਫਿੱਕੀਆਂ ਹਨ। ਬਾਣੀ ਦੀ ਮਿਠਾਸ ਇਹਨਾਂ ਤੋਂ ਵੱਧ ਆ। ਇਹ ਜਦੋਂ ਅਕਾਲ ਪੁਰਖ ਜੀ ਕਿਰਪਾ ਕਰਦੇ ਹਨ, ਉਦੋਂ ਬੰਦੇ ਨੂੰ ਇਹ ਦਾਤਾਂ ਜਿਹੜੀਆਂ ਨਸੀਬ ਹੁੰਦੀਆਂ। ਫਿਰ ਜਮ ਕੰਕਰ ਦੱਸੋ ਭਲਾ ਕਿਵੇਂ ਉਸ ਗੁਰਸਿੱਖ ਦੇ ਨੇੜੇ ਆ ਸਕਦਾ ਹੈ, ਜਿਹਦੀ ਬਾਂਹ ਫੜਨ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਦ ਨੇ। ਇਹ ਸਾਰੇ ਵਾਕ ਦੇ ਵਿੱਚ ਗੁਰੂ ਸਾਹਿਬ ਇੱਦਾਂ ਆਖ ਰਹੇ ਹਨ ਜੀ। ਆਓ ਹੁਣ ਆਪਾਂ ਇਹਨੂੰ ਸਮਝਣ ਦਾ ਯਤਨ ਕਰੀਏ। ਸੋਰਠ ਮਹੱਲਾ ਪੰਜਵਾ। ਰਾਗ ਸੋਰਠ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀਆਂ, ਪੰਜਵੇਂ ਪਾਤਸ਼ਾਹ ਦੀ ਪਾਵਨ ਪਵਿੱਤਰ ਬਚਨ, ਪਤਿਤਾਂ ਨੂੰ ਪਨੀਤ ਬਣਾਉਣ ਵਾਲੇ ਆ, ਖੋਟਿਆਂ ਨੂੰ ਖਰੇ ਬਣਾਉਣ ਵਾਲੇ ਆ ਗੁਰੂ ਜੀ ਦੇ ਬਚਨ। ਲੋਹੇ ਨੂੰ ਪਾਰਸ ਬਣਾਉਣ ਵਾਲੇ ਆ ਗੁਰੂ ਮਹਾਰਾਜ ਦੇ ਬਚਨ। ਕੰਡਿਆਂ ਨੂੰ ਫੁੱਲ ਬਣਾਉਣ ਵਾਲੇ ਆ ਗੁਰੂ ਮਹਾਰਾਜ ਦੇ ਬਚਨ। ਦੁਖੀਆਂ ਨੂੰ ਸੁਖੀ ਬਣਾਉਣ ਵਾਲੇ ਆ ਵਾਹਿਗੁਰੂ ਪਰਮੇਸ਼ਰ ਦੇ ਬਚਨ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਪੂਰੇ ਗੁਰੂ ਜੀ ਨੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ। ਪੂਰੇ ਗੁਰੂ ਨੇ ਮੈਨੂੰ ਆਪਣੇ ਚਰਨਾਂ ਦੇ ਸੰਗ ਲਾ ਲਿਆ, ਜੋੜ ਲਿਆ। ਹਰ ਸੰਗ ਸਹਾਈ ਪਾਇਆ। ਜਿਹੜਾ ਸਦਾ ਸੰਗ ਰਹਿਣ ਵਾਲਾ ਹੈ, ਹਮੇਸ਼ਾ ਹੀ ਨਾਲ 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 ਉਹਦੀ ਸੋਝੀ ਵੀ ਕਰਵਾਈ ਆ ਕਿ ਉਹ ਨਾਲ ਹੀ ਸੀ। ਨਾਲ ਮੇਰੇ ਪਹਿਲਾਂ ਵੀ ਸੀ। ਜਦੋਂ ਗੁਰੂ ਸਾਹਿਬ ਦੀ ਸੰਗਤ ਕੀਤੀ, ਉਦੋਂ ਪ੍ਰਤੱਖ ਮਹਿਸੂਸ ਹੋ ਗਿਆ ਨਾਲ ਉਹ ਪਹਿਲਾਂ ਵੀ ਸੀ। ਸਦਾ ਅੰਗ ਸੰਗੇ ਅਭੰਗੰ ਬੈਭੂਤੇ। ਨਾਲ ਤਾਂ ਉਹ ਪਹਿਲਾਂ ਵੀ ਸੀ। ਜਦੋਂ ਗਿਆਨ ਨਹੀਂ ਸੀ, ਉਦੋਂ ਵੀ ਰੱਬ ਸੀ। ਗਿਆਨ ਆਇਆ, ਰੱਬ ਉਦੋਂ ਵੀ ਆ। ਚਾਨਣ ਹੋ ਗਿਆ ਕਿ ਹਰ ਜਗ੍ਹਾ, ਉਦੋਂ ਵੀ ਰੱਬ ਆ। ਇਸ ਕਰਕੇ ਹਰ ਸੰਗ ਸਹਾਈ ਪਾਇਆ। ਉਹ ਨਾਲ ਨਿਭਣ ਵਾਲੇ ਪਰਮੇਸ਼ਰ ਨੂੰ ਮੈਂ ਪਾ ਲਿਆ। ਹੁਣ ਜਿੱਥੇ ਵੀ ਜਾਓ, ਜੈ ਜਾਈਏ ਤਾਹਾਂ ਸੁਹੇਲੇ। ਉਹ ਹਰ ਜਗ੍ਹਾ ਸੁਹੇਲੀ ਬਣ ਜਾਂਦੀ ਆ, ਸੋਭਨੀਕ ਬਣ ਜਾਂਦੀ ਆ। ਕਰ ਕਿਰਪਾ ਪ੍ਰਭ ਮੇਲੇ। ਕਿਰਪਾ ਕਰਕੇ ਮੈਨੂੰ ਆਪਣੇ ਨਾਲ ਵਾਹਿਗੁਰੂ ਨੇ, ਗੁਰੂ ਅਰਜਨ ਦੇਵ ਜੀ ਨੇ ਮੇਲ ਲਿਆ, ਮਿਲਾ ਲਿਆ। ਜਦੋਂ ਸਤਿਗੁਰੂ ਦੀ ਕਿਰਪਾ ਹੋ ਗਈ ਆ। ਹਰ ਗੁਣ ਗਾਵੋ ਸਦਾ ਸੋ ਭਾਈ। ਇਹ ਪੰਕਤੀ ਬਹੁਤ ਕੀਮਤੀ ਆ। ਪਰਮਾਤਮਾ ਦੇ ਗੁਣ ਗਾਓ, ਪਰ ਗਾਓ ਸੋ ਭਾਈ, ਸੋ ਭਾਓ ਪ੍ਰੇਮ ਦੇ ਨਾਲ, ਜਿਹਦੇ ਵਿੱਚ ਭਾਉ ਹੋਵੇ। ਪਰਮਾਤਮਾ ਦੇ ਗੁਣ ਗਾਓ, ਮਿੱਠੇ ਹਰ ਗੁਣ ਗਾਓ। ਜਿੰਦੂ ਤੂੰ ਮਿੱਠੇ ਹਰ ਗੁਣ ਗਾਓ। ਪਰਮਾਤਮਾ ਦੇ ਗੁਣ ਗਾਓ ਮਿਠਾਸ ਦੇ ਨਾਲ। ਪਰਮਾਤਮਾ ਦੇ ਗੁਣ ਗਾਓ ਇੱਕ ਮਨ ਇੱਕ ਚਿੱਤ ਹੋ ਕੇ। ਪਰਮਾਤਮਾ ਦੇ ਗੁਣ ਗਾਓ ਉਹਦੀ ਮੁਹੱਬਤ ਵਿੱਚ ਆ ਕੇ। ਪਰਮਾਤਮਾ ਦੇ ਗੁਣ ਗਾਓ
ਆਪਣੇ ਗੁਰੂ ਦੇ ਗੁਣਾਂ ਨੂੰ ਇਸ ਤਰ੍ਹਾਂ ਦੇਖ ਕੇ, ਉਹਨਾਂ ਦੇ ਜਿਹੜੇ ਕੌਤਕ ਨੇ ਅਚਰਜ ਵੇਖ ਕੇ ਉਹਨਾਂ ਦੇ ਗੁਣ ਗਾਓਗੇ ਤੇ ਜ਼ੁਬਾਨ ਵੀ ਕਹੇਗੀ ਵਾਹਿਗੁਰੂ, ਦਿਲ ਵੀ ਕਹੇਗਾ ਵਾਹਿਗੁਰੂ, ਸੁਰਤ ਵੀ ਕਹੇਗੀ ਵਾਹਿਗੁਰੂ, ਰੋਮ ਰੋਮ ਕਹੇਗਾ ਵਾਹਿਗੁਰੂ। ਜੇ ਉਹਦੇ ਅਚਰਜ ਕੌਤਕ ਵੇਖ ਕੇ ਆਪਾਂ ਇਹ ਗੁਣ ਗਾਈਏ। ਮਨ ਚਿੰਦੇ ਸਗਲੇ ਫਲ ਪਾਵੋ, ਜੀਆ ਕੈ ਸੰਗ ਸਹਾਈ। ਆਪਦੇ ਮਨ ਚਿੰਦੇ ਜਿਹੜੇ ਫਲ ਆ, ਹਰ ਇਨਸਾਨ ਦੇ ਕੋਈ ਨਾ ਕੋਈ ਸੁਪਨੇ ਹੁੰਦੇ ਆ, ਹਰ ਇਨਸਾਨ ਦੀਆਂ ਖਾਹਿਸ਼ਾਂ ਹੁੰਦੀਆਂ ਨੇ। ਜਿਹਨੂੰ ਬਹਾਦਰ ਸ਼ਾਹ ਜ਼ਫਰ ਜੀ ਬਹੁਤ ਸੋਹਣਾ ਲਿਖਦੇ ਆ ਕਿ ਦੁਨੀਆ ਵਿੱਚ ਨਾ ਜ਼ਰੂਰੀ ਨਹੀਂ ਹੁੰਦਾ ਹਰ ਬੰਦੇ ਦਾ ਸੁਪਨਾ ਪੂਰਾ ਹੋ ਜਾਵੇ, ਜ਼ਰੂਰੀ ਨਹੀਂ ਹੁੰਦਾ। ਦੁਨੀਆ ਦੇ ਵਿੱਚ ਇੱਕ ਬਾਦਸ਼ਾਹ ਹੁੰਦਾ, ਉਹਦੇ ਵੀ ਬਹੁਤ ਸੁਪਨੇ ਹੁੰਦੇ ਆ, ਜ਼ਰੂਰੀ ਨਹੀਂ ਕਿ ਬਾਦਸ਼ਾਹ ਦੇ ਵੀ ਸੁਪਨੇ ਪੂਰੇ ਹੋਣਗੇ। ਅਧੂਰੀਆਂ ਖਾਹਿਸ਼ਾਂ ਬਾਦਸ਼ਾਹਾਂ ਦੀਆਂ ਵੀ ਹੁੰਦੀਆਂ ਨੇ, ਸਗੋਂ ਵੱਧ ਹੀ ਹੁੰਦੀਆਂ ਨੇ, ਕਿਉਂਕਿ ਉਹਨਾਂ ਦੇ ਸੁਪਨੇ ਬਹੁਤ ਹੁੰਦੇ ਆ। ਇਸ ਕਰਕੇ ਬਾਦਸ਼ਾਹ ਦੀ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ, ਬਾਦਸ਼ਾਹ ਵੀ ਅਧੂਰਾ ਹੀ ਰਹਿੰਦਾ। ਇੱਥੇ ਬਾਦਸ਼ਾਹ ਜੀ ਕਹਿੰਦੇ ਆ ਮਨ ਚਿੰਦੇ ਸਗਲੇ ਫਲ ਪਾਵੋ। ਪਰ ਭਗਤੀ ਕਰਨ ਦੇ ਨਾਲ ਇਨਸਾਨ ਨੂੰ ਸਾਰੇ ਜਿਹੜੇ ਉਹਦੇ ਫਲ ਆ ਜੋ ਉਹਨੇ ਸੋਚੇ ਹੁੰਦੇ ਆ ਪ੍ਰਾਪਤ ਹੁੰਦੇ ਆ। ਜੀ ਕੈ ਸੰਗ ਸਹਾਈ, ਉਹਦੀ ਜਿੰਦ ਦੇ ਅੰਗ ਸੰਗ ਰਹਿੰਦਾ ਵਾਹਿਗੁਰੂ। ਨਾਰਾਇਣ ਪ੍ਰਾਣ ਆਧਾਰਾ, ਰਹਾਉ ਤੋਂ ਅੱਗੇ ਹੈ ਨਾਰਾਇਣ ਪ੍ਰਾਣ ਆਧਾਰਾ। ਠਹਿਰਾਓ ਤੋਂ ਬਾਅਦ ਗੁਰੂ ਜੀ ਕਹਿ ਰਹੇ ਆ ਸਾਹ ਦਾ ਜਿਹੜਾ ਆਸਰਾ ਹੈ ਉਹ ਤਾਂ ਨਾਰਾਇਣ, ਨਾਰਾਇਣ ਤੋਂ ਭਾਵ ਰੱਬ ਪਰਮੇਸ਼ਰ ਹੈ। ਜੋ ਸਾਹਾਂ ਦੀ ਡੋਰ ਆ ਉਹਦਾ ਸਹਾਰਾ ਤਾਂ ਵਾਹਿਗੁਰੂ ਹੀ ਆ, ਕਿਉਂਕਿ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਕਿ ਮੈਂ ਉਹ ਸਾਹ ਨੂੰ ਵਧਾ ਲਵਾਂ, ਮੇਰੇ ਕੋਲ ਇੰਨੀ ਸਮਰੱਥਾ ਨਹੀਂ ਮੈਂ ਆਪਦੀ ਉਮਰ ਵਧਾ ਲਵਾਂ। ਮੈਂ ਇਤਨੇ ਜੋਗਾ ਜੇ ਉੱਥੇ ਤੱਕ ਮੇਰਾ ਕੱਦ ਨਹੀਂ ਹੋਇਆ ਕਿ ਮੈਂ ਇਹ ਕਾਰਜਾਂ ਨੂੰ ਵੀ ਪੂਰਾ ਕਰਾਂ। ਭਾਵੇਂ ਮੇਰੇ ਕੋਲ ਲੱਖਾਂ ਰੁਪਈਏ ਆ, ਭਾਵੇਂ ਮੇਰੇ ਕੋਲ ਕਰੋੜਾਂ ਰੁਪਈਏ ਆ, ਭਾਵੇਂ ਮੈਂ ਅਰਬਪਤੀ ਹਾਂ, ਇਤਨੇ ਜੋਗਾ ਮੈਂ ਹਜੇ ਨਹੀਂ ਹੋਇਆ। ਹਾਂ, ਡਾਕਟਰਾਂ ਨੂੰ ਪੈਸੇ ਦੇ ਕੇ ਉਪਚਾਰ ਕੀਤਾ ਜਾ ਸਕਦਾ, ਸਰੀਰ ਦਾ ਇਲਾਜ ਕਰਵਾਇਆ ਜਾ ਸਕਦਾ, ਪਰ ਉਹ ਵੀ ਉਦੋਂ ਹੀ ਕਰ ਸਕਣਗੇ ਜੇ ਵਾਹਿਗੁਰੂ ਨੇ ਇਹ ਲੇਖ ਲਿਖਿਆ ਕਿ ਇਹ ਬੰਦੇ ਦੀ ਜਾਨ ਬਚੂਗੀ। ਫਿਰ ਡਾਕਟਰਾਂ ਦੀ ਮਿਹਨਤ ਸਫਲ ਹੋ ਜੂਗੀ। ਇਹ ਵਾਹਿਗੁਰੂ ਨੇ ਲਿਖਿਆ ਨਹੀਂ, ਡਾਕਟਰ ਜੋ ਮਰਜ਼ੀ ਕਰ ਲੈਣ, ਉਹ ਬੰਦੇ ਨੂੰ ਬਚਾਇਆ ਨਹੀਂ ਜਾ ਸਕਦਾ। ਇਸ ਕਰਕੇ ਨਾਰਾਇਣ ਪ੍ਰਾਣ ਆਧਾਰਾ, ਨਾਰਾਇਣ ਵਾਹਿਗੁਰੂ ਪਰਮੇਸ਼ਰ ਭਾਵ ਕਿ ਉਹਦੇ ਹੱਥ ਹੁੰਦੀ ਆ ਡੋਰ ਸਾਹਾਂ ਦੀ। ਹਮ ਸੰਤ ਜਨਾਰੇ ਨਾਰਾ, ਇਸ ਕਰਕੇ ਜੇ ਉਹਦੇ ਹੱਥ ਡੋਰ ਆ, ਅਸਲੀ ਚੀਜ਼ ਤਾਂ ਉਹਦੇ ਕੋਲ ਹੀ ਹੈ, ਫਿਰ ਅਸੀਂ ਵਿੱਚ ਕਿਉਂ ਹੰਕਾਰ ਕਰਦੇ ਹਾਂ। ਕਬੀਰ ਮਾਟੀ ਕੇ ਹਮ ਪੂਤਰੇ, ਮਾਟੀ ਕੇ ਹਮ ਪੂਤਰੇ, ਮਿੱਟੀ ਦੇ ਅਸੀਂ ਪੁਤਲੇ ਹਾਂ। ਮਾਨਸ ਰਾਖਿਓ ਨਾਮ, ਮਨੁੱਖ ਸਾਡਾ ਨਾਮ ਆ। ਇਹ ਵੀ ਮਜਬੂਰੀ ਸੀ, ਨਾਮ ਦੇਣਾ ਮਜਬੂਰੀ ਹੁੰਦੀ ਆ ਚੀਜ਼ ਨੂੰ। ਵੈਸੇ ਪਰਮਾਤਮਾ ਦਾ ਵੀ ਕੋਈ ਨਾਮ ਨਹੀਂ, ਅਨਾਮ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹਦਾ ਕੋਈ ਨਾਮ ਨਹੀਂ। ਪਰ ਜਦੋਂ ਭਗਤਾਂ ਨੇ ਪਿਆਰ ਚਾ ਕੇ ਰੱਬ ਨੂੰ ਬੁਲਾਇਆ, ਪੁਕਾਰਿਆ, ਚੇਤੇ ਕੀਤਾ, ਉਹ ਜਿੰਨੇ ਭਗਤ ਸੀ ਉਨੇ ਰੱਬ ਦੇ ਨਾਮ ਆ। ਵੈਸੇ ਰੱਬ ਦਾ ਕੋਈ ਨਾਮ ਨਹੀਂ, ਉਹ ਅਨਾਮ ਹੈ। ਸਾਡਾ ਵੀ ਮਨੁੱਖ ਨਾਮ ਆ, ਇੱਕ ਮਜਬੂਰੀ ਸੀ, ਰੱਖਣਾ ਪੈਣਾ ਸੀ। ਨਾਮ ਨਾ ਹੋਵੇ ਤੇ ਬੰਦੇ ਨੂੰ ਥੌ ਟਿਕਾਣੇ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਪਹੁੰਚਣਾ। ਜੇ ਆਪਾਂ ਤੁਰੇ ਹਾਂ ਘਰੋਂ, ਪਿੰਡ ਦਾ ਨਾਂ ਨਹੀਂ ਪਤਾ, ਜਿਹਦੇ ਘਰੇ ਜਾਣਾ ਉਹਦਾ ਨਾਮ ਨਹੀਂ ਪਤਾ, ਕਿਵੇਂ ਪਹੁੰਚਾਂਗੇ ਟਿਕਾਣੇ 'ਤੇ। ਨਾਮ ਰੱਖਣਾ ਇੱਕ ਮਜਬੂਰੀ ਹੁੰਦੀ ਹੈ। ਮਨੁੱਖ ਤਾਂ ਸਾਡਾ ਨਾਮ ਰੱਖ ਦਿੱਤਾ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਆ 4 ਦਿਵਸ ਕੇ ਪ੍ਰਾਹੁਣੇ, ਹੈਗੇ 4 ਦਿਨਾਂ ਦੇ ਪ੍ਰਾਹੁਣੇ ਆ, 4 ਦਿਨਾਂ ਦੇ ਮਹਿਮਾਨ ਆ। ਉਮਰੇ ਦਰਾਜ ਮਾਂਗ ਕਰ ਲਾਏ ਥੇ 4 ਦਿਨ, ਕੁਝ ਆਰਜੂ ਮੇਂ ਕੱਟ ਗਈ ਕੁਝ ਇੰਤਜ਼ਾਰ ਮੇਂ। 4 ਦਿਨਾਂ ਦੀ ਜ਼ਿੰਦਗੀ ਲੈ ਕੇ ਆਏ ਸੀ। 2 ਸੁਪਨੇ ਸਜਾਉਂਦਿਆਂ ਦੀ ਲੰਘ ਗਈ, 2 ਉਹਨਾਂ ਨੂੰ ਉਡੀਕਦਿਆਂ ਦੀ ਲੰਘ ਗਈ ਵੀ ਕਦੋਂ ਪੂਰੇ ਹੋਣਗੇ, ਅੱਜ ਕੱਲ੍ਹ
ਕੱਲ ਅੱਜ ਕਦੇ ਤਾਂ ਕਦੇ ਪੂਰੇ ਹੋਣਗੇ। ਉਮਰੇ ਦਰਾਜ ਮਾਂਗ ਕਰ ਲਾਏ ਥੇ 4 ਦਿਨ, ਕੁਝ ਆਰਜੂ ਮੇ ਕੱਟ ਗਈ ਕੁਝ ਇੰਤਜ਼ਾਰ ਮੇ। ਇੱਦਾਂ ਜ਼ਿੰਦਗੀ ਲੰਘੀ ਆ। ਹੁਣ ਗੁਰੂ ਪਾਤਸ਼ਾਹ ਜੀ ਜੋ ਆਖ ਰਹੇ ਆ, ਉਹਨਾਂ ਦੇ ਕਹਿਣ ਦਾ ਭਾਵ ਇਹੀ ਆ ਕਿ ਸਾਹ ਜਿਹੜੇ ਆ ਉਹ ਪਰਮਾਤਮਾ ਦੇ ਹੱਥ 'ਚ ਆ। ਬੰਦਾ ਸਿਰਫ ਮਿੱਟੀ ਦਾ ਪੁਤਲਾ ਹੈ, 4 ਦਿਨਾਂ ਦਾ ਪ੍ਰਾਹੁਣਾ ਤੇ ਵੱਡ ਵੱਡ ਰੂਦੇ ਠਾਓ। ਪਰ ਹੰਕਾਰ ਕਰਕੇ ਵੱਡੀਆਂ ਥਾਵਾਂ, ਬਹੁਤ ਵੱਡੀ ਜਗ੍ਹਾ ਮੱਲਣ ਨੂੰ ਫਿਰਦਾ, ਵੱਡ ਵੱਡਾ ਵੱਡਾ ਬਣ ਕੇ ਰੂਦੇ ਠਾਓ ਥਾਂ ਮੱਲਣ ਨੂੰ ਫਿਰਦਾ ਹੈ, ਜਦੋਂ ਕਿ ਹੈ ਮਿੱਟੀ ਦਾ ਪੁਤਲਾ। ਨਾਮ ਇਹਦਾ ਮਨੁੱਖ ਆ, ਕਰਮ ਇਹਦੇ ਜਿਹੜੇ ਨੇ ਉਹ ਪਸ਼ੂਆਂ ਵਾਲੇ ਆ। ਇਸ ਕਰਕੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਪਤਿਤ ਪਨੀਤ ਕਰ ਲੀਨੇ। ਸਿੱਖਾ ਤੂੰ ਆਪਦੇ ਗੁਰੂ ਦੀ ਸ਼ਰਨ ਪੈ, ਉਹ ਤੈਨੂੰ ਪਤਿਤ ਤੋਂ ਪਨੀਤ ਬਣਾ ਦੂਗਾ, ਖੋਟੇ ਤੋਂ ਖਰਾ ਬਣਾ ਦੂਗਾ, ਲੋਹੇ ਤੋਂ ਪਾਰਸ ਬਣਾ ਦੂਗਾ, ਉਹ ਤੈਨੂੰ ਲੋਹੇ ਤੋਂ ਸੋਨਾ ਬਣਾ ਦੂਗਾ। ਇਸ ਕਰਕੇ ਤੈਨੂੰ ਕੱਚ ਤੋਂ ਹੀਰਾ ਬਣਾ ਦੂਗਾ, ਕੰਡਿਆਂ ਤੋਂ ਤੂੰ ਚੁੱਭ ਰਿਹਾ ਸਭ ਨੂੰ ਫੁੱਲ ਬਣਾ ਦੂਗਾ। ਇੱਦਾਂ ਦਾ ਤੇਰਾ ਜਿਹੜਾ ਜੀਵਨ ਹੈ ਉਹ ਹੋਣਾ ਬਣਦਾ। ਪਾਰ ਬ੍ਰਹਮ ਕਰੇ ਪ੍ਰਿਤਪਾਲਾ, ਸਦ ਜੀ ਸੰਗ ਰਖਵਾਲਾ। ਪਾਰ ਬ੍ਰਹਮ ਜੀ ਕਿਰਪਾ ਕਰਨ ਤੇ ਬੰਦੇ ਦੀ ਪ੍ਰਿਤਪਾਲਣਾ ਹੁੰਦੀ ਆ, ਦੇਹ ਵੱਧਦੀ ਆ। ਗਡੰਦਿਆਂ ਛੇ ਮਾਹ ਤੜੰਦਿਆਂ ਹਿੱਕ ਖਿਨੋ। ਜਿਹੜੀ ਚੀਜ਼ ਨੂੰ ਬਣਨ ਲਈ 9 ਮਹੀਨੇ ਲੱਗਦੇ ਆ, ਉਹਨੂੰ ਮਿਟਣ ਲਈ 9 ਨਹੀਂ ਲੱਗਦੇ। ਬਾਬਾ ਫਰੀਦ ਜੀ ਦੇ ਵਚਨ। ਜਿਹੜੀ ਚੀਜ਼ ਨੂੰ ਬਣਨ ਲਈ, ਮੰਨ ਲਓ ਕੋਈ ਚੀਜ਼ ਤਿਆਰ ਹੋ ਰਹੀ, ਬਿਲਡਿੰਗ ਤਿਆਰ ਹੋ ਰਹੀ ਆ, ਕਈ ਸਾਲਾਂ 'ਚ ਤਿਆਰ ਹੋਈ, ਕੀ ਉਹਨੂੰ ਤੋੜਨ ਲਈ ਵੀ ਉਨਾ ਸਮਾਂ ਚਾਹੀਦਾ? ਨਹੀਂ। ਤੋੜਨਾ ਚੀਜ਼ ਨੂੰ ਬਹੁਤ ਸੌਖਾ, ਬਣਾਉਣਾ ਘੜਨਾ ਬਹੁਤ ਔਖਾ। ਲੋਕ ਜਿਹੜੇ ਆ ਉਹ ਇਹ ਚੀਜ਼ਾਂ ਸਾਰੀਆਂ ਜਾਣਦੇ ਆ, ਭਾਵੇਂ ਗਿਆਨ ਸਭ ਨੂੰ ਹੀ ਆ, ਇਹ ਨਹੀਂ ਕਿ ਕਿਸੇ ਨੂੰ ਗਿਆਨ ਨਹੀਂ। ਗਿਆਨ ਸਿਰਫ ਅੱਧਾ ਹੀ ਆ, ਅਤੇ ਅੱਧਾ ਗਿਆਨ ਹੋਣ ਨਾਲੋਂ ਵੀ ਖਤਰਨਾਕ ਹੁੰਦਾ ਹੈ, ਕਿਉਂਕਿ ਅੱਧੇ ਗਿਆਨ ਦੇ ਵਿੱਚ ਬੰਦਾ ਉਹ ਕੁਝ ਕਰ ਸਕਦਾ ਜਿਹਦੇ ਨਾਲ ਨਾ ਤਾਂ ਉਹ ਸਿਆਣਿਆਂ ਦੀ ਗਿਣਤੀ ਵਿੱਚ ਆਉਂਦਾ, ਨਾ ਇਆਣਿਆਂ ਦੀ ਗਿਣਤੀ ਵਿੱਚ ਆਉਂਦਾ। ਅਧੂਰਾ ਅੱਧਾ ਗਿਆਨ ਜਿਹਨੂੰ ਆਪਾਂ ਕਹਿੰਦੇ ਹਾਂ। ਬੇਈਮਾਨੀ ਕਰਨੀ ਪਾਪ ਆ, ਗਿਆਨ ਆ ਸਭ ਨੂੰ, ਲੋਕ ਫਿਰ ਕਰ ਰਹੇ ਆ। ਰਿਸ਼ਵਤ ਲੈਣੀ ਗਲਤ ਕੰਮ ਆ, ਲੋਕ ਲੈ ਰਹੇ ਆ। ਗਿਆਨ ਹੈ, ਇਹਨੂੰ ਆਪਾਂ ਗਿਆਨ ਨਹੀਂ ਕਹਿ ਸਕਦੇ। ਇਹ ਸਿਰਫ ਇੱਕ ਇਨਫੋਰਮੇਸ਼ਨ ਆ, ਇਹਦੇ ਨਾਲ ਭੁਲੇਖਾ ਪੈਂਦਾ, ਜਾਣਕਾਰੀ ਹੈ ਇਹ ਗਿਆਨ ਨਹੀਂ ਹੈਗਾ। ਗਿਆਨ ਉਹਨੂੰ ਕਿਹਾ ਜਾਂਦਾ, ਬੇਈਮਾਨੀ ਕਰਨੀ ਪਾਪ ਆ ਮੈਂ ਛੱਡਤੀ, ਉਹਨੂੰ ਗਿਆਨ ਕਹਿੰਦੇ ਨੇ। ਗਿਆਨ ਹੋਣ ਅਤੇ ਜਾਣਕਾਰੀ ਹੋਣ ਵਿੱਚ ਬਹੁਤ ਫਰਕ ਹੁੰਦਾ। ਅਸਲ ਵਿੱਚ ਲੋਕਾਂ ਕੋਲ ਸਿਰਫ ਜਾਣਕਾਰੀ ਆ, ਗਿਆਨ ਹੋਣ ਦੇ ਉਹਨਾਂ ਨੂੰ ਸਿਰਫ ਅਤੇ ਸਿਰਫ ਭੁਲੇਖੇ ਹੀ ਆ। ਤਾਂ ਕਰਕੇ ਮਹਾਰਾਜ ਨੇ ਆਖਿਆ ਗੁਰੂ ਕੋਲੇ ਗਿਆਨ ਆ। ਕਿਤਨੇ ਲੋਕ ਆ ਜਿਹੜੇ ਗੁਰੂ ਕੋਲ ਆ ਕੇ ਵਧੀਆ ਢੰਗ ਨਾਲ ਚੱਜ ਆਚਾਰ ਦੇ ਨਾਲ ਸੱਜਦੇ ਆ, ਬਹੁਤ ਥੋੜ੍ਹੇ ਆ। ਇਸ ਕਰਕੇ ਗਿਆਨ ਵੀ ਥੋੜ੍ਹੇ ਲੋਕਾਂ ਕੋਲ ਹੀ ਆ। ਗਿਆਨ ਗੁਰੂ ਤੋਂ ਮਿਲਦਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ, ਬਾਝ ਗੁਰੂ ਡੁੱਬਾ ਸੰਸਾਰ। ਗਿਆਨ ਤਾਂ ਸਾਰਾ ਗੁਰੂ ਤੋਂ ਮਿਲਣਾ। ਇਸ ਕਰਕੇ ਬੇਈਮਾਨੀ ਕਰਨੀ ਪਾਪ ਆ, ਇਹ ਜਾਣਕਾਰੀ ਆ, ਗਿਆਨ ਨਹੀਂ। ਬੇਈਮਾਨੀ ਕਰਨੀ ਪਾਪ ਆ, ਮੈਂ ਛੱਡਤੀ। ਦਗਾ ਕਰਨਾ ਪਾਪ ਆ, ਮੈਂ ਛੱਡਤਾ, ਫਿਰ ਇਹ ਗਿਆਨ ਆ। ਬਾਣੀ ਪੜ੍ਹਨੀ ਚਾਹੀਦੀ ਇੱਕ ਜਾਣਕਾਰੀ ਆ, ਪਰ ਮੈਂ ਬਾਣੀ ਪੜ੍ਹਨ ਲੱਗ ਗਿਆ, ਇਹ ਗਿਆਨ ਆ। ਬਾਣੀ ਪੜ੍ਹਨੀ ਚਾਹੀਦੀ ਆ, ਸਿਮਰਨ ਕਰਨਾ ਚਾਹੀਦਾ, ਪਰ ਕਰਦਾ ਨਹੀਂ, ਪਤਾ, ਇਹ ਸਿਰਫ ਜਾਣਕਾਰੀ ਆ। ਬਾਣੀ ਪੜ੍ਹਨੀ ਚਾਹੀਦੀ, ਮੈਂ ਬਾਣੀ ਪੜ੍ਹਨ ਲੱਗ ਗਿਆ, ਇਹ ਗਿਆਨ ਆ। ਆਪਦੇ ਦੋਸਤਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ, ਗਦਾਰੀ ਨਹੀਂ ਕਰਨੀ ਚਾਹੀਦੀ, ਉਹਨਾਂ ਦੀ ਪਿੱਠ ਪਿੱਛੇ ਛੁਰਾ ਨਹੀਂ ਮਾਰਨਾ ਚਾਹੀਦਾ। ਗਿਆਨ ਉਦੋਂ ਬਣੂ ਜਦੋਂ ਤੁਸੀਂ ਉਹਨੂੰ ਲਾਗੂ ਕਰੋਗੇ। ਜੇ ਪਹਿਲਾਂ ਹੈ ਵੀ ਨਹੀਂ ਕਰਨਾ, ਉਹ ਜਾਣਕਾਰੀ ਆ। ਤਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਕਹਿੰਦੇ ਆ ਇੱਕ ਦੂ ਇੱਕ ਸਿਆਣਾ, ਦੁਨੀਆ ਦੇ ਲੋਕ ਇੱਕ ਤੋਂ ਇੱਕ ਵੱਧ ਕੇ ਸਿਆਣੇ ਨੇ। ਬਸ ਉਹ ਇਸ ਕਰਕੇ ਕਿ ਉਹਨਾਂ ਕੋਲ ਸਿਰਫ ਜਾਣਕਾਰੀ ਆ,
ਭਗਤਾਂ ਕੋਲ ਗਿਆਨ ਆ, ਤਾਂ ਹੀ ਕਹਿਣਾ ਪੈਂਦਾ। ਕੁਝ ਲੋਕਾਂ ਦੀਆਂ ਸਿਰਫ ਗੱਲਾਂ ਹੀ ਚੰਗੀਆਂ ਹੁੰਦੀਆਂ, ਪਰ ਕੁਝ ਲੋਕ ਹੁੰਦੇ ਆ ਭਗਤ ਸਾਹਿਬਾਨ ਜਿਹੜੇ ਹੁੰਦੇ ਆ, ਉਹਨਾਂ ਦੀਆਂ ਇਕੱਲੀਆਂ ਗੱਲਾਂ ਹੀ ਚੰਗੀਆਂ ਨਹੀਂ ਹੁੰਦੀਆਂ, ਉਹ ਖੁਦ ਵੀ ਚੰਗੇ ਹੁੰਦੇ ਆ। ਤਾਂ ਇਹ ਬਾਣੀ ਨੇ ਸਾਨੂੰ ਵਾਰ-ਵਾਰ ਕਿਹਾ ਸੀ ਕਿ ਤੁਸੀਂ ਗੱਲਾਂ ਇਹ ਨਾ ਹੋਏ ਤੁਹਾਡੀਆਂ ਗੱਲਾਂ ਹੀ ਚੰਗੀਆਂ ਹੋਣ, ਤੁਸੀਂ ਖੁਦ ਵੀ ਚੰਗੇ ਬਣੋ। ਗੱਲੀ ਜੋਗ ਨਾ ਹੋਈ ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸਹਿ ਜਾਈਏ। ਅਤੇ ਗੱਲੀ ਸੋ ਸੱਜਣ ਵੀ ਗੱਲਾਂ ਵਾਲੇ ਹੈਣ ਘਨੇਰੇ, ਬਹੁਤ ਪੰਗਤੀਆਂ ਆਉਂਦੀਆਂ। ਗੱਲੀ ਹੋ ਸੁਹਾਗਣ ਭੈਣੇ ਕੰਤ ਨ ਕਬਹੂ ਮੈਂ ਮਿਲਿਆ। ਬਹੁਤ ਪੰਗਤੀਆਂ ਆ ਜਾਂਦੀਆਂ ਜਿਹਦੇ ਵਿੱਚ ਆਉਂਦਾ ਗੱਲਾਂ ਦੇ ਨਾਲ ਨਹੀਂ, ਅਮਲਾਂ ਦੇ ਨਾਲ ਗੱਲ ਬਣਦੀ ਆ। ਹਰ ਦਿਨ ਰੈਣ ਕੀਰਤਨ ਗਾਈਏ। ਇਹ ਨਾ ਹੋਵੇ ਕਿ ਆਪਾਂ ਇਹ ਪੜ੍ਹੀ ਚੱਲੀਏ, ਕੀਰਤਨ ਕਰਨਾ ਚਾਹੀਦਾ, ਕੀਰਤਨ ਸੁਣਨਾ ਚਾਹੀਦਾ, ਕਥਾ ਵਿਚਾਰ ਦੇ ਅਮਲ ਕਰਨਾ ਚਾਹੀਦਾ। ਇਕੱਲੀ ਸੁਣਨੀ ਜਾਂ ਕਰਨੀ ਨਹੀਂ ਚਾਹੀਦੀ, ਅਮਲ ਵੀ ਕਰਨਾ ਚਾਹੀਦਾ। ਇਹ ਨਾ ਹੋਵੇ ਆਪਾਂ ਸਾਰੀ ਜ਼ਿੰਦਗੀ ਬਸ ਇਹ ਗੱਲ ਦੁਹਰਾਉਂਦੇ ਰਹੀਏ ਪਰ ਕਰ ਨਾ ਪਾਈਏ। ਇੱਕ ਦੁਨੀਆ ਦਾ ਮਹਾਨ ਲੇਖਕ ਹੈ ਪੰਜਾਬੀ ਦੇ ਵਿੱਚ ਹੀ, ਬਹੁਤ ਪਿਆਰੇ। ਉਹਨਾਂ ਨੇ ਇੱਕ ਬਚਨ ਆਖੇ, ਕਹਿੰਦੇ ਦੁਨੀਆ ਦੇ ਵਿੱਚ ਜੋ ਬਾਣੀ ਕਹਿੰਦੀ ਆ ਉਹਦੇ ਵਿੱਚ ਜਿਹੜਾ ਇੱਕ ਅੱਖਰ ਲਿਖਿਆ ਉਹਨੂੰ ਕਮਾਉਣ ਲਈ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਬੰਦੇ ਤੋਂ ਇੱਕ ਅੱਖਰ ਨਹੀਂ ਕਮਾਇਆ ਜਾਂਦਾ। ਹਾਲਾਂਕਿ 1430 ਅੰਗ ਆ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ, ਇੱਕ ਅੰਗ ਤੋਂ ਲੈ ਕੇ 1430 ਅੰਗ ਆ। ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਨੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਉਹਨਾਂ ਦੇ ਕਵਿਤਾ, ਹੋਰ ਬੜੇ ਸਾਰੇ ਗ੍ਰੰਥ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 10ਵਾਂ ਗ੍ਰੰਥ ਆ। ਹੋਰ ਇਸ ਤੋਂ ਇਲਾਵਾ ਭਗਤ ਕਬੀਰ ਜੀ ਦੀ ਬਾਣੀ ਆ, ਬਾਬਾ ਫਰੀਦ ਜੀ ਦੀ ਇਦੋਂ ਇਲਾਵਾ ਵੀ ਬਾਣੀ ਆ। ਕਬੀਰ ਜੀ ਦਾ ਬੀਜਕ ਗ੍ਰੰਥ ਆ, ਖੁਦ ਦਾ ਬਹੁਤ ਵੱਡਾ। ਇਤਨਾ ਕੁਝ ਆ ਪੜ੍ਹਨ ਨੂੰ, ਪਰ ਬੰਦੇ ਤੋਂ ਇੱਕ ਅੱਖਰ ਨਹੀਂ ਕਮਾਇਆ ਜਾਂਦਾ। ਉਹ ਇਹ ਕਹਿ ਰਹੇ ਆ ਕਿ ਇਹਨੂੰ ਪੜ੍ਹਨਾ ਸੌਖਾ ਹੈ, ਇਹਨੂੰ ਕਮਾਉਣਾ ਔਖਾ। ਗੁਰੂ ਨੂੰ ਪੂਜਣਾ ਸੌਖਾ ਹੈ, ਗੁਰੂ ਦੀ ਗੱਲ ਨੂੰ ਮੰਨਣਾ ਔਖਾ। ਇੱਥੇ ਕਹਿ ਰਹੇ ਆ ਹਰ ਦਿਨ ਰੈਣ ਕੀਰਤਨ ਗਾਈਏ। ਇਹ ਨਾ ਹੋਵੇ ਤੁਸੀਂ ਬਸ ਇਹ ਪੜ੍ਹੀ ਚੱਲੋ, ਸਿਮਰਨ ਕਰਨਾ ਚਾਹੀਦਾ, ਇਹ ਜਾਣਕਾਰੀ ਆ। ਸਿਮਰਨ ਕਰਨ ਦੇ ਨਾਲ ਭਗਤਾਂ ਨੇ ਰੱਬ ਪਾ ਲਿਆ, ਇਹ ਵੀ ਇੱਕ ਜਾਣਕਾਰੀ ਆ। ਸਿਮਰਨ ਜਦੋਂ ਤੁਸੀਂ ਖੁਦ ਕਰਨ ਲੱਗੋਗੇ ਉਸ ਵਕਤ ਤੋਂ ਗਿਆਨ ਬਣਨਾ। ਬੇਈਮਾਨੀ ਕਰਨੀ ਪਾਪ ਆ, ਮੈਂ ਪੜ੍ਹ ਲਿਆ ਕਰੀ ਫਿਰ ਜਾਨਾ, ਇਹ ਤਾਂ ਜਾਣਕਾਰੀ ਆ। ਬੇਈਮਾਨੀ ਕਰਨੀ ਪਾਪ ਆ, ਛੱਡਤੀ, ਇਹ ਗਿਆਨ ਆ। ਝੂਠ ਨਹੀਂ ਬੋਲਣਾ, ਇਹ ਮੈਂ ਪੜ੍ਹ ਲਿਆ, ਇਹ ਜਾਣਕਾਰੀ ਆ। ਝੂਠ ਨਹੀਂ ਬੋਲਣਾ ਚਾਹੀਦਾ, ਮੈਂ ਛੱਡਤਾ, ਇਹ ਗਿਆਨ ਬਣ ਗਿਆ। ਤਾਂ ਜਾਣਕਾਰੀ ਹੋਣ ਅਤੇ ਗਿਆਨ ਹੋਣ 'ਚ ਬਹੁਤ ਜ਼ਿਆਦਾ ਅੰਤਰ ਹੁੰਦਾ ਸੰਗਤ ਜੀ। ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ। ਅਖੀਰਲੀਆਂ ਪੰਕਤੀਆਂ, ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ। ਜਿਹਨੂੰ ਰੱਬ ਗਿਆਨ ਦੇਵੇ ਉਹਨੂੰ ਹੀ ਮਿਲਦਾ ਹੈ। ਜਿਹਨੂੰ ਰੱਬ ਨੇ ਮੂਰਖ ਬਣਾਇਆ ਅਜੇ ਤੱਕ, ਉਹਨੂੰ ਕੋਈ ਡਾਕਟਰ ਸਿਆਣਾ ਨਹੀਂ ਬਣਾ ਸਕਿਆ। ਜਿਹਨੂੰ ਰੱਬ ਨੇ ਸੂਝਵਾਨ ਸੁਜਾਨ ਸਿਆਣਾ ਬਣਾਤਾ, ਉਹਨੂੰ ਕੋਈ ਕਮਲਾ ਨਹੀਂ ਬਣਾ ਸਕਿਆ। ਹਰ ਰਸ ਤਿਨਹੀ ਜਾਤਾ, ਸਾਰੇ ਰਸ ਉਹਦੇ ਹੀ ਆ। ਜਮ ਕੰਕਰ ਨੇੜ ਨਾ ਆਇਆ, ਉਹਦੀ ਬਾਣੀ 'ਚ ਬਹੁਤ ਰਸ ਆ। ਫਿਰ ਕੰਕਰ ਜਮ ਕੰਕਰ ਕਿਵੇਂ ਨੇੜ ਆ ਸਕਦੇ ਆ? ਸੁਖ ਨਾਨਕ ਸਰਣੀ ਪਾਇਆ। ਤਾਂ ਇਹੋ ਜਿਹੇ ਗੁਰਸਿੱਖ ਨੂੰ ਹੀ ਜੋ ਸਭ ਦਾ ਭਲਾ ਸੋਚਦਾ, ਨੀਵਾਂ ਹੋ ਕੇ ਚੱਲਦਾ, ਮਿੱਠਾ ਬੋਲੇ ਨਿਭ ਚੱਲੇ, ਉਹਦੀ ਜ਼ਿੰਦਗੀ ਵਿੱਚ ਸੁੱਖ ਹੁੰਦੇ ਆ। ਸੁੱਖ ਤੋਂ ਭਾਵ ਪੈਸਾ ਨਹੀਂ ਹੁੰਦਾ ਬਹੁਤਾ। ਜੇ ਪੈਸੇ ਨਾਲ ਸੁੱਖ ਹੋਵੇ, ਅਮੀਰ ਬੰਦੇ ਬਹੁਤ ਸੁਖੀ ਹੋਣ। ਸੁੱਖ ਦੇ ਅਰਥ ਪੈਸੇ ਨਾਲ ਨਹੀਂ ਹੁੰਦੇ, ਪੈਸੇ ਦੇ ਅਰਥ ਸਹੂਲਤਾਂ ਨਾਲ ਹੁੰਦੇ। ਪੈਸੇ ਤੋਂ ਭਾਵ ਜਿਹਦੇ ਕੋਲ ਜਿੰਨਾ ਪੈਸਾ ਓਨੀਆਂ ਸਹੂਲਤਾਂ, ਜਿਹਦੇ ਕੋਲ ਜਿੰਨਾ ਪੈਸਾ ਓਨੀਆਂ ਸਹੂਲਤਾਂ। ਪਰ ਇਹ ਨਹੀਂ ਹੈਗਾ ਜੇ ਸਹੂਲਤਾਂ ਅਤੇ ਸੁੱਖ ਵੀ ਹੋਊਗਾ। ਸਹੂਲਤਾਂ ਅਤੇ ਸੁੱਖ ਵੱਖ-ਵੱਖ, ਦੋਨੋਂ ਅਲੱਗ-ਅਲੱਗ ਮੈਟਰ ਆ, ਇਹ ਅਲੱਗ-ਅਲੱਗ ਵਿਸ਼ੇ ਆ। ਸੁੱਖ ਹੋਣਾ, ਸਹੂਲਤ ਹੋਣਾ ਵੱਖਰੀ ਗੱਲ ਆ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਆ, ਅਮੀਰ ਬੰਦਿਆਂ ਕੋਲ ਬਹੁਤ ਪੈਸਾ ਹੁੰਦਾ, ਜ਼ਰੂਰੀ ਨਹੀਂ ਹੁੰਦਾ ਉਹ ਸੁਖੀ ਹੋਣ, ਸਗੋਂ ਚਿੰਤਾ ਵਿੱਚ ਹੁੰਦੇ ਆ। ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ।
ਅਮੀਰ ਨੂੰ ਸੰਸਾ ਲੱਗਿਆ ਰਹਿੰਦਾ ਮੈਂ ਗਰੀਬ ਨਾ ਹੋ ਜਾ। ਗਰੀਬ ਨੂੰ ਵੀ ਭੱਜ ਦੌੜ ਬਣੀ ਰਹਿੰਦੀ ਆ ਕਿ ਕਿਵੇਂ ਪੈਸਾ ਮੈਂ ਜੋੜਾਂ। ਇਹਨਾਂ ਦੋਵਾਂ ਦੇ ਵਿਚਕਾਰ ਇੱਕ ਬੰਦਾ ਹੈ, ਦੋਹੂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਏ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਜਿਹਦੇ ਘਰੇ ਬਾਹਲੇ ਪੈਸੇ ਆ ਉਹਨੂੰ ਬਾਹਲੀ ਚਿੰਤਾ ਹੈ, ਨੀਂਦ ਉਹਨੂੰ ਵੀ ਨਹੀਂ ਆਉਂਦੀ। ਜਿਸ ਗ੍ਰਹਿ ਥੋੜ੍ਹੀ, ਜਿਹਦੇ ਘਰੇ ਥੋੜ੍ਹੇ ਪੈਸੇ ਆ ਸੋ ਫਿਰੇ ਪਰਮੰਤਾ। ਉਹ ਆਪਦਾ ਦੇਸ਼ ਛੱਡ ਕੇ ਦੂਜੇ ਦੇਸ਼ਾਂ 'ਚ ਜਾਂਦਾ, ਟਿਕਾ ਉਹਨੂੰ ਵੀ ਹੈ ਨੀਗਾ। ਦੋਹੂ ਵਿਵਸਥਾ ਤੇ ਜੋ ਮੁਕਤਾ। ਇਹਨਾਂ ਦੋਨਾਂ ਦੇ ਵਿਚਕਾਰ ਇੱਕ ਜਗ੍ਹਾ ਹੈ, ਜੇ ਭਗਤਾਂ ਨੂੰ ਮਿਲਣਾ ਉੱਥੇ ਮਿਲੂਗੇ। ਗੱਲ ਅਮੀਰੀ ਦੀ ਨਹੀਂ, ਗੱਲ ਗਰੀਬੀ ਦੀ ਨਹੀਂ, ਗੱਲ ਹੈ ਉਹਨੂੰ ਜਿਉਣ ਦੀ ਢੰਗ ਹੈ। ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ। ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 18। ਉਹਨਾਂ ਦੀ ਪਾਵਨ ਕਿਤਾਬ ਮੁਕੱਦਸ ਸੇ ਜ਼ਿੰਦਗੀ ਨਾਮਾ ਉਰਫ ਬੰਦਗੀ ਨਾਮਾ, ਜਿਹਦੇ ਵਿੱਚ ਬੰਦੇ ਨੂੰ ਕਹਿੰਦੇ ਬੰਦਿਆ ਸੁਰਤ ਵਾਲਾ ਹੋ। ਇਹ 'ਚ ਸਿੱਧਾ ਹੀ ਕਹਿ ਰਹੇ ਆ ਇਹ ਗਜ਼ਲ ਵਿੱਚ, ਬੰਦਿਆ ਸੁਰਤ ਵਾਲਾ ਹੋ, ਜਾਗ। ਜਾਗਣ ਤੋਂ ਭਾਵ ਕਿ ਮਨ ਨੂੰ ਥੋੜ੍ਹਾ ਨਾ ਜਗਾ, ਥੋੜ੍ਹਾ ਜਿਹਾ ਹਲੂਣਾ ਦੇ। ਤੇਰੀ ਉਮਰ ਲੰਘਦੀ ਜਾ ਰਹੀ ਹੈ, ਥੋੜ੍ਹਾ ਸੋਚ। ਬਹਾਰ ਆ ਚੁੱਕੀ ਆ, ਮੌਸਮ ਨਹੀਂ ਬਦਲਦਾ ਜਿਵੇਂ ਬਾਹਰ। ਪੱਤਝੜ ਆ ਗਈ, ਬਸੰਤ ਆ ਗਈ, ਮੌਸਮ ਫਿਜ਼ਾ ਆ ਗਈ, ਸਰਦੀ ਆ ਗਈ, ਗਰਮੀ ਆ ਗਈ, ਬਹਾਰ ਆ ਗਈ। ਬੰਦਿਆ ਹੁਣ ਦੇਖ ਮੌਸਮ ਕਿੰਨਾ ਸੋਹਣਾ, ਜਾਗ, ਬਹਾਰ ਆ ਗਈ ਆ। ਤੇਰਾ ਮਿੱਤਰ ਗੁਰੂ ਵੀ ਆ ਗਿਆ ਹੈ। ਜਦੋਂ ਗੁਰੂ ਕੋਲ ਆਇਆ ਸੱਚ ਜਾਣੀ, ਬਹਾਰ ਉਦੋਂ ਹੀ ਆਈ ਆ। ਭਾਵੇਂ ਬਾਹਰ ਬਹਾਰ ਸੀ ਭਾਈ ਨੰਦ ਲਾਲ ਜੀ, ਫੁੱਲ ਖਿੜੇ ਸੀ, ਟਹਿਣੀਆਂ ਦੇ ਨਾਲ ਫਲਾਂ 'ਚ ਰਸ ਭਰ ਗਿਆ ਸੀ। ਜਦੋਂ ਮੈਂ ਗੁਰੂ ਕੋਲ ਨਹੀਂ ਆਇਆ ਉਦੋਂ ਕੋਈ ਬਹਾਰ ਨਹੀਂ ਸੀ। ਹੁਣ ਮੈਂ ਗੁਰੂ ਕੋਲ ਆਇਆ, ਹੁਣ ਪੱਤਝੜ ਵੀ ਬਹਾਰ ਲੱਗਦੀ ਆ। ਜਿਸ ਪਾਸੇ ਵੀ ਮੈਂ ਜਾਂਦਾ ਹਾਂ ਮੇਰੀ ਅੱਖ ਤੇਰੇ ਮਗਰ 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 ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿ ਰਹੇ ਆ, ਜਿੱਧਰ ਤੁਸੀਂ ਜਾਂਦੇ ਹੋ ਜਾਂ ਜਿੱਧਰ ਮੈਂ ਜਾਂਦਾ ਹਾਂ ਮੇਰੀ ਅੱਖ ਨੂੰ ਤੁਹਾਡੇ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ। ਇਹ ਅਵਸਥਾ ਹੀ ਹੁੰਦੀ ਹੈ। ਇਹ ਨਹੀਂ ਕਿ ਹੁਣ ਦੁਨੀਆ ਹੀ ਹੈ ਨਹੀਂ ਗੀ। ਭਗਤਾਂ ਦੇ ਸਾਹਮਣੇ ਦੁਨੀਆ ਹੈਗੀ ਆ ਪਰ ਉਹਨਾਂ ਨੂੰ ਦੁਨੀਆ ਵਿੱਚ ਰੱਬ ਦੀਂਦਾ। ਇਹ ਜਗ ਸੱਚੈ ਕੀ ਹੈ ਕੋਠੜੀ। ਜਿਸ ਪਾਸੇ ਵੱਲ ਤੁਸੀਂ ਜਾਂਦੇ ਹੋ ਗੁਰੂ ਗੋਬਿੰਦ ਸਿੰਘ ਜੀ, ਮੇਰੀ ਅੱਖ ਤੁਹਾਡੇ ਮਗਰ ਮਗਰ ਜਾਂਦੀ ਹੈ। ਭਾਵ ਕਿ ਉਹ ਹੋਰ ਕਿਸੇ ਨੂੰ ਦੇਖਣਾ ਹੀ ਨਹੀਂ ਚਾਹੁੰਦੀ। ਮੇਰੀ ਜਿਹੜੀ ਅੱਖ ਆ ਉਹ ਤੁਹਾਡੇ ਪਿੱਛੇ ਪਿੱਛੇ ਜਾਂਦੀ ਆ। ਹੁਣ ਇਹਨੂੰ ਰੋਕ ਕੇ ਰੱਖਣਾ ਮੇਰੇ ਵੱਸੋਂ ਬਾਹਰ ਆ। ਭਾਈ ਨੰਦ ਲਾਲ ਜੀ, ਮੈਂ ਆਪਦੀ ਅੱਖ ਨੂੰ ਰੋਕ ਨਹੀਂ ਸਕਦਾ। ਮੈਨੂੰ ਹਰ ਜਗ੍ਹਾ ਤੁਸੀਂ ਹੀ ਨਜ਼ਰ ਆਉਂਦੇ ਹੋ। ਜਿਵੇਂ ਭਾਈ ਕਨ੍ਹਈਆ ਜੀ ਸੀ, ਸਾਰਿਆਂ ਨੇ ਤੁਸੀਂ ਸਾਖੀ ਸੁਣੀ ਹੈ ਬਹੁਤ ਵਾਰ। ਜਦੋਂ ਉਹਨਾਂ ਦੀ ਸ਼ਿਕਾਇਤ ਕੀਤੀ ਸੀ ਕਿ ਮਹਾਰਾਜ ਅਸੀਂ ਤਾਂ ਦੁਸ਼ਮਣਾਂ ਨੂੰ ਮਾਰਦੇ ਹਾਂ, ਇਹ ਤੁਹਾਡਾ ਕਿਹੋ ਜਿਹਾ ਸਿੱਖ ਆ ਜਿਹੜਾ ਆ ਕੇ ਉਹਨਾਂ ਨੂੰ ਪਾਣੀ ਪਿਲਾਉਂਦਾ, ਇਹ ਕਿਉਂ ਇੱਦਾਂ ਕਰਦਾ, ਇਹ ਕਾਫਰ ਬਣ ਗਿਆ, ਇਹ ਉਹਨਾਂ 'ਚ ਹੀ ਰਲ ਗਿਆ, ਇਹਨੂੰ ਸਜ਼ਾ ਦੇਵੋ। ਗੁਰੂ ਮਹਾਰਾਜ ਕਹਿੰਦੇ ਬੁਲਾਓ ਕਨ੍ਹਈਆ ਜੀ ਨੂੰ, ਭਾਈ ਸਾਹਿਬ ਨੂੰ ਸੱਦੋ, ਆਪਾਂ ਪੁੱਛਦੇ ਹਾਂ। ਸੱਦਿਆ ਗਿਆ। ਕਹਿਣ ਲੱਗੇ ਸੱਚ ਸੱਚ ਦੱਸੋ, ਬਿਲਕੁਲ ਝੂਠ ਨਾ ਬੋਲਣਾ। ਇਹ ਜੋ ਆਖ ਰਹੇ ਆ ਉਹ ਸੱਚ ਆ ਕਿ ਝੂਠ ਆ। ਦੁਸ਼ਮਣਾਂ ਨੂੰ ਪਾਣੀ ਪਿਲਾਇਆ ਕਿ ਨਹੀਂ ਪਿਲਾਇਆ? ਉਹਨਾਂ ਪਤਾ ਕੀ ਆਖਿਆ, ਮੈਂ ਨਹੀਂ ਪਿਲਾਇਆ ਪਾਤਸ਼ਾਹ ਗੈਰਾਂ ਨੂੰ ਪਾਣੀ। ਮੈਂ ਕਿੱਥੇ ਗੈਰਾਂ ਨੂੰ ਪਾਣੀ ਪਿਆਇਆ ਜੀ? ਮੈਂ ਤਾਂ ਜਿਹਦੇ ਵਿੱਚ ਵੇਖਿਆ ਤੁਹਾਨੂੰ ਵੇਖਿਆ। ਜਿਸ ਪਾਸੇ ਵੱਲ ਤੁਸੀਂ ਜਾਂਦੇ ਹੋ ਮੇਰੀ ਅੱਖ ਤੁਹਾਡੇ ਪਿੱਛੇ ਪਿੱਛੇ ਜਾਂਦੀ ਆ। ਭਾਈ ਕਨ੍ਹਈਆ ਜੀ ਕਹਿੰਦੇ ਗੁਰੂ ਮਹਾਰਾਜ ਸੱਚ ਕਹਿਣਾ, ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਜੰਗੇ ਮੈਦਾਨ 'ਚ ਨਜ਼ਰ ਹੀ ਨਹੀਂ ਆਉਂਦਾ। ਤੁਸੀਂ ਹੁੰਨੇ ਹੋ ਤੇ ਮੈਂ ਤੁਹਾਨੂੰ ਪਾਣੀ ਪਿਲਾਇਆ। ਮੈਂ ਨਹੀਂ ਪਿਲਾਇਆ ਪਾਤਸ਼ਾਹ ਗੈਰਾਂ ਨੂੰ ਪਾਣੀ। ਮੈਂ ਝੂਠ ਤੂਫਾਨ ਨਹੀਂ ਬੋਲਦਾ, ਬਿਲਕੁਲ ਸੱਚ ਕਹਿਣਾ। ਮੈਨੂੰ ਕਣ ਕਣ ਵਿੱਚ ਤੂੰ ਮਾਲਕਾ ਦਿਸਦਾ ਰਹਿਣਾ। ਇਹ ਕਹਿਣ ਵਾਲੇ ਭਾਈ ਨੰਦ ਲਾਲ ਜੀ ਸੀ, ਇਹ ਕਹਿਣ ਵਾਲੇ ਭਾਈ ਕਨ੍ਹਈਆ ਜੀ ਨੇ। ਸੋ ਗੁਰੂ ਪਿਆਰਿਓ, ਫਿਰ ਉਹ ਕਹਿੰਦੇ ਗੈਰਾਂ ਨੂੰ ਪਾਣੀ ਨਹੀਂ ਪਿਲਾਇਆ, ਤੁਹਾਨੂੰ ਪਿਲਾਇਆ। ਮਹਾਰਾਜ ਕਹਿਣ ਲੱਗੇ ਫਿਰ ਅੱਧੀ ਸੇਵਾ ਇਹ, ਇੱਕ ਸਾਡੇ ਵੱਲੋਂ ਵੀ ਸੇਵਾ ਲਓ। ਮਲਮ ਪੱਟੀ ਉਹਨਾਂ ਨੇ ਦਿੱਤੀ ਤੇ ਮਲਮ ਦੇ ਕੇ ਆਖਿਆ ਜ਼ਖਮੀਆਂ ਦਾ ਇਲਾਜ ਵੀ ਕਰ ਦਿਆ ਕਰੋ, ਪਾਣੀ ਵੀ ਪਿਲਾਓ, ਜ਼ਖਮ ਕਈਆਂ ਦੇ ਹੁੰਦੇ ਨੇ, ਇਲਾਜ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ।
ਸੋ ਗੁਰੂ ਪਿਆਰੀ ਸੰਗਤ ਜੀ, ਅੱਗੇ ਉਹ ਕਹਿੰਦੇ ਨੇ ਕਿ ਅੱਖ ਦੀ ਪੁਤਲੀ ਦੇ ਵਿੱਚ ਇੰਨਾ ਜਲਵਾ ਸਮਾ ਗਿਆ, ਉਹ ਜਿੱਧਰ ਵੇਖਦੀ ਆ ਹੁਣ ਨੰਦ ਲਾਲ ਨੂੰ ਮਿੱਤਰ ਪਿਆਰਾ ਹੀ ਨਜ਼ਰ ਆਉਂਦਾ। ਮਿੱਤਰ ਪਿਆਰਾ ਪਤਾ ਕਿਹਨੂੰ ਆਖਿਆ? ਗੁਰੂ ਗੋਬਿੰਦ ਸਿੰਘ ਜੀ ਨੂੰ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਲਿਖਦੇ ਆ। ਉਹਨਾਂ ਲਈ ਉਹੀ ਉਹਨਾਂ ਦੇ ਰੱਬ ਆ, ਉਹਨਾਂ ਲਈ ਉਹੀ ਉਹਨਾਂ ਦੇ ਖੁਦਾ ਨੇ, ਉਹਨਾਂ ਲਈ ਉਹੀ ਉਹਨਾਂ ਦੇ ਵਾਹਿਗੁਰੂ ਆ, ਉਹਨਾਂ ਦੇ ਉਹੀ ਅਕਾਲ ਪੁਰਖ ਆ, ਉਹਨਾਂ ਦੇ ਉਹੀ ਨਿਰੰਕਾਰ ਆ। ਇਸ ਕਰਕੇ ਉਹ ਕਹਿੰਦੇ ਨੇ ਅਨਲ ਹੱਕ ਇਹ ਸ਼ਬਦ ਮੈਂ ਮਨਸੂਰ ਤੋਂ ਸੁਣਿਆ। ਮਨਸੂਰ ਨੇ ਆਖਿਆ ਸੀ ਹਰ ਜਗ੍ਹਾ ਰੱਬ ਆ, ਬੰਦਾ ਇੰਨੀ ਬੰਦਗੀ ਕਰੇ ਤੇ ਬੰਦਾ ਰੱਬ ਦਾ ਸੁਭਾਅ ਪਾ ਲੈਂਦਾ, ਬੰਦਾ ਵੀ ਰੱਬ ਹੋ ਜਾਂਦਾ। ਬਾਣੀ ਵੀ ਕਹਿੰਦੀ ਹਰ ਕਾ ਸੇਵਕ ਸੋ ਹਰ ਜਿਹਾ। ਸੰਤ ਜਿਹੜੇ ਰੀਅਲ ਸੰਤ ਹੁੰਦੇ ਆ, ਪਖੰਡੀ ਨਹੀਂ, ਜਿਹੜੇ ਸੱਚੇ ਸੰਤ ਹੁੰਦੇ ਆ, ਉਹ ਕਰੋੜਾਂ ਪਿੱਛੇ ਇੱਕ ਹੁੰਦਾ ਕੋਈ, ਉਹ ਰੱਬ ਹੀ ਹੁੰਦੇ ਆ। ਰੱਬ ਤੋਂ ਭਾਵ ਉਹਨਾਂ ਦਾ ਸੁਭਾਅ ਰੱਬ ਜੈਸਾ ਹੁੰਦਾ। ਇਸ ਕਰਕੇ ਤੇ ਉਹ ਮਨਸੂਰ ਵੀ ਰੱਬ ਵਰਗਾ ਹੋ ਗਿਆ ਸੀ। ਉਹਨੇ ਕਿਹਾ ਹਰ ਜਗ੍ਹਾ ਹੀ ਰੱਬ ਆ, ਅਨਲ ਹੱਕ ਕਿਹਾ ਮੈਂ ਵੀ ਰੱਬ ਆ। ਉਹਨੂੰ ਚੱਕ ਕੇ ਸਰਕਾਰ ਨੇ ਸਲੀਬ ਤੇ ਸੂਲੀ ਤੇ ਚੜ੍ਹਾਤਾ, ਮਨਸੂਰ ਨੂੰ ਕਤਲ ਕਰਤਾ। ਮਨਸੂਰ ਨੂੰ ਐਵੇਂ ਮਾਰਿਆ ਗਿਆ ਜਦੋਂ ਉਹਨੇ ਬਾਹਲਾ ਸੱਚ ਬੋਲਿਆ ਤੇ ਉਹਨੂੰ ਮਾਰ ਦਿੱਤਾ ਸੀ। ਨੰਦ ਲਾਲ ਜੀ ਕਹਿਣ ਲੱਗੇ ਇਹੀ ਮੈਨੂੰ ਖਬਰ ਆਈ ਆ, ਫੁੱਲਾਂ ਨੂੰ ਖਬਰ ਦੇ ਦਿਓ ਸਾਰੇ ਖਿੜ ਜਾਣ, ਜਿੰਨੀਆਂ ਕਲੀਆਂ ਨੇ ਖਿੜ ਜਾਣ। ਕਿਉਂਕਿ ਇਸ ਖੁਸ਼ਖਬਰੀ ਦੇ ਨਾਲ ਹਜ਼ਾਰਾਂ ਬੋਲੀਆਂ ਬੋਲਣ ਵਾਲੀ ਤੇ ਹਜ਼ਾਰੇ ਬੁਲਬੁਲ ਜਿਹਨੂੰ ਕਹਿੰਦੇ ਉਹ ਆ ਗਈ ਆ। ਇੱਕ ਪੰਛੀ ਆ ਬੁਲਬੁਲ, ਤੁਸੀਂ ਸਾਰਿਆਂ ਨੇ ਇਹਦੇ ਦਰਸ਼ਨ ਕੀਤੇ ਹੋਣਗੇ। ਦਰਸ਼ਨ ਤਾਂ ਸ਼ਬਦ ਵਰਤਿਆ, ਪਰਮਾਤਮਾ ਦੇ ਸੰਬੰਧ ਦੇ ਵਿੱਚ ਜਿੰਨੇ ਭਗਤ ਹੋਏ ਆ ਉਹਨਾਂ ਨੇ ਬੁਲਬੁਲ ਦਾ ਜ਼ਿਕਰ ਬਹੁਤ ਕੀਤਾ। ਇਹ ਨਗਮੇ ਗਾਉਂਦੀ ਆ, ਬਹੁਤ ਸੋਹਣਾ ਗਾਉਂਦੀ ਆ। ਜਿਹੜੀਆਂ ਸਾਡੇ ਇੱਧਰ ਪੰਜਾਬ ਦੇ ਵਿੱਚ ਬੁਲਬੁਲਾਂ ਨੇ ਉਹ ਤਾਂ ਮਿੱਠਾ ਮਿੱਠਾ ਗਾਉਂਦੀਆਂ। ਇੱਕ ਤੁਰਕਸਤਾਨ ਦੇ ਵਿੱਚ ਬੁਲਬੁਲ ਆ, ਪੰਛੀ ਆ, ਹੈ ਇਹੀ ਆ, ਬਰੀਡ ਦਾ ਫਰਕ ਆ ਉਹਦਾ। ਉਹ ਇੰਨੀ ਮਹਾਰਾਜ ਨੇ ਉਹਨੂੰ ਇਹੋ ਜਿਹੀ ਕਲਾ ਬਖਸ਼ੀ ਆ, ਉਹ ਜਿਹੜੇ ਪੰਛੀ ਨੂੰ ਸੁਣ ਲੈਂਦੀ ਆ ਉਹਦੇ ਵਾਂਗੂ ਬੋਲ ਸਕਦੀ ਆ। ਤੁਰਕਸਤਾਨ ਦੀ ਜਿਹੜੀ ਬੁਲਬੁਲ ਆ, ਜਿਹਨੂੰ ਉਹਨੇ ਸੁਣ ਲਿਆ, ਜਿਹੜੇ ਪੰਛੀ ਦੀ ਆਵਾਜ਼ ਸੁਣ ਲਈ ਤੇ ਕੋਇਲ ਦੀ ਸੁਣ ਲਈ, ਉਹ ਕੋਇਲ ਵਾਂਗੂ ਬੋਲ ਸਕਦੀ ਹੈ। ਤੇ ਉਹਨੂੰ ਬੁਲਬੁਲ ਹਜ਼ਾਰੇ ਕਹਿੰਦੇ ਆ, ਫਾਰਸੀ ਦੇ ਵਿੱਚ ਉਹਦਾ ਇਹ ਆ। ਤੇ ਭਾਈ ਨੰਦ ਲਾਲ ਜੀ ਕਹਿ ਰਹੇ ਆ ਫੁੱਲਾਂ ਨੂੰ ਕਹਿ ਦਿਓ ਖਿੜ ਜਾਣ, ਬੁਲਬੁਲਾਂ ਆ ਚੁੱਕੀਆਂ ਨੇ ਪਿਆਰੇ ਦੀ ਯਾਦ ਵਿੱਚ, ਉਹ ਵੀ ਫੁੱਲਾਂ ਤੇ ਬਹਿ ਕੇ ਗੀਤ ਗਾ ਰਹੀਆਂ। ਬੰਦਿਆ ਤੂੰ ਬਹੁਤ ਪਿੱਛੇ ਆ, ਫੁੱਲ ਵੀ ਖਿੜ ਗਏ, ਬੁਲਬੁਲਾਂ ਨੇ ਨਗਮੇ ਵੀ ਗਾ ਲਏ। ਤੂੰ ਆਪਦੇ ਰਸਨਾ ਜੀਵ ਦੇ ਨਾਲ ਦੱਸ ਕਦੋਂ ਵਾਹਿਗੁਰੂ ਕਵੇਂਗਾ। ਫੁੱਲਾਂ ਨੇ ਵੀ ਕਹਿਤਾ ਵਾਹਿਗੁਰੂ, ਬੁਲਬੁਲ ਵੀ ਨਗਮੇ ਗਾ ਗਈ। ਨਾਲੇ ਉਹ ਛੋਟਾ ਜਿਹਾ ਹੀ ਆ ਬੋਟ, ਬਿਲਕੁਲ ਛੋਟਾ ਜਿਹਾ। ਬੁਲਬੁਲ ਹੈ ਬਹੁਤ ਸੋਹਣੀ ਤੇ ਵਾਹਿਗੁਰੂ ਨੇ ਉਹਨੂੰ ਗਲਾ ਵੀ ਜਿਹੜਾ ਸਰੀਲਾ ਬਖਸ਼ਿਆ, ਬਹੁਤ ਸੋਹਣਾ ਗਾਉਂਦੀ ਆ। ਤੁਰਕਸਤਾਨ ਦੀ ਤਾਂ ਇੱਦੋਂ ਵੀ ਅੱਗੇ ਆ, ਜਿਹੜੀ ਉੱਥੇ ਬੁਲਬੁਲ ਰਹਿੰਦੀ ਆ। ਉਹ ਪੰਛੀ ਚਲੋ ਹੁਣ ਘਟਦੇ ਜਾ ਰਹੇ ਆ, ਇਹ ਬੰਦੇ ਦੀਆਂ ਹੀ ਗਲਤੀਆਂ। ਤੇ ਫਿਰ ਉਹ ਜਦੋਂ ਗਾਉਂਦੀ ਆ ਉਹ ਵੀ ਲੱਗਦਾ ਵੀ ਰੱਬ ਦੇ ਗੀਤ ਗਾ ਰਹੀ ਆ। ਉਹ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿ ਰਹੀ ਆ ਤੂੰ ਧੰਨ ਹੈ ਬੰਦਿਆ, ਤੂੰ ਬਹੁਤ ਪਿੱਛੇ ਰਹਿ ਗਿਆ, ਤੂੰ ਬੁਲਬੁਲ ਤੋਂ ਪਿੱਛੇ ਆ, ਤੂੰ ਫੁੱਲਾਂ ਤੋਂ ਵੀ ਪਿੱਛੇ ਆ। ਹਾਲਾਂਕਿ ਤੂੰ ਤਾਂ ਸਰਦਾਰ ਸੀ ਧਰਤੀ ਦਾ, ਤੇ ਤੈਨੂੰ ਭਾਵ ਕਿ ਇੱਕ ਗਿਲਾਨੀ ਨਹੀਂ ਆਉਂਦੀ ਆਪਦੇ ਤੂੰ ਆਪਦੇ ਗੁਰੂ ਨੂੰ ਵਾਹ ਕਿਉਂ ਨਹੀਂ ਕਹਿੰਦਾ। ਇਹ 18ਵੀਂ ਗਜ਼ਲ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਸਾਨੂੰ ਕਹਿੰਦੇ ਆ, ਜਿੱਥੇ ਜਿੱਥੇ ਤੁਸੀਂ ਜਾਂਦੇ ਹੋ ਮੇਰੀ ਅੱਖ ਤੁਹਾਡੇ ਪਿੱਛੇ ਪਿੱਛੇ ਜਾਂਦੀ ਆ। ਅਵਸਥਾ ਤੁਸੀਂ ਵੇਖੋ ਕਿਹੜੀ ਆ, ਭਾਈ ਨੰਦ ਲਾਲ ਜੀ ਦੀ ਅਵਸਥਾ ਵੇਖੋ ਕਿਹੜੀ ਆ। ਜਿੱਧਰ ਤੁਸੀਂ ਜਾਂਦੇ ਹੋ ਮੇਰੀ ਅੱਖ ਤੁਹਾਡੇ ਪਿੱਛੇ ਹੀ ਆ। ਕਹਿਣਾ ਇਹ ਚਾਹ ਰਹੇ ਆ ਗੁਰੂ, ਜਿੱਧਰ ਤੁਸੀਂ ਜਾ ਰਹੇ ਹੋ ਮੈਂ ਤੁਹਾਡੇ ਪਿੱਛੇ ਪਿੱਛੇ ਹੀ ਆ ਰਿਹਾ ਹਾਂ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਚੇਲੇ ਵਾਲਾ ਤੇ ਆਪਾਂ ਨੂੰ ਪਤਾ ਹੀ ਆ ਨਾ, ਉਹਨਾਂ ਦਾ ਸੰਬੰਧ ਸੀਗਾ। ਪਰ ਜਨਮ ਸਾਖੀ ਵਿੱਚ ਦੋਸਤਾਂ ਵਾਲਾ ਵੀ ਆਇਆ। ਦੋਸਤ ਇੱਕ ਦੂਜੇ ਨੂੰ ਮਖੌਲ ਨਹੀਂ ਕਰਦੇ ਹੁੰਦੇ, ਬਿਲਕੁਲ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਨੇ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ ਦੇ ਚੇਲੇ ਨੇ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ ਦੇ ਦੋਸਤ ਨੇ ਭਾਈ ਮਰਦਾਨਾ ਜੀ। ਜਨਮ ਸਾਖੀ ਵਿੱਚ ਇੱਕ ਘਟਨਾ ਕਹਿ ਕੇ ਸਮਾਪਤੀ ਹੈ, ਬੜੀ ਪਿਆਰੀ ਲੱਗੀ ਮੈਨੂੰ। ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਇੱਕ ਦਿਨ ਜਾ ਰਹੇ ਇੱਕ ਪਿੰਡ ਦੇ ਵਿੱਚ, ਤੇ ਪਿੰਡ ਦੇ ਲੋਕ ਚੰਗੇ ਸੀ, ਭਲੇ ਸੀ। ਉਹ ਆਇਆਂ ਗਿਆ ਨੂੰ ਪ੍ਰਸ਼ਾਦਾ ਛਕਾਉਂਦੇ ਸੀ।
ਤੇ ਉਹਨਾਂ ਨੇ ਵੇਖਿਆ ਫੱਕਰ ਫਕੀਰ ਲੰਘ ਰਹੇ ਆ। ਕਹਿਣ ਲੱਗੇ ਆਓ ਜੀ ਪ੍ਰਸ਼ਾਦਾ ਛਕ ਜੋ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਹੱਥ ਜੋੜ ਕੇ, ਪਿਆਰੇ ਜੀਓ 8 ਪਹਿਰ ਤੋਂ ਬਾਅਦ ਅਸੀਂ ਪ੍ਰਸ਼ਾਦਾ ਛਕ ਲਿਆ ਸੀ, ਹੁਣ 8 ਪਹਿਰ ਪਹਿਲਾਂ ਛਕ ਲਿਆ, ਜਿਹਦੇ ਕਰਕੇ 8 ਪਹਿਰ ਸਾਨੂੰ ਲੋੜ ਨਹੀਂ ਪ੍ਰਸ਼ਾਦੇ ਦੀ। ਭਾਵ ਕਿ ਅਸੀਂ ਇਹ ਛਕ ਨਹੀਂ ਸਕਦੇ। 8 ਪਹਿਰ ਹੋ ਗਏ ਛਕਿਆਂ ਨੂੰ, ਹੁਣ 8 ਪਹਿਰ ਜਦੋਂ ਇਸ ਤੋਂ ਵੀ ਅਗਲਾ ਸਮਾਂ ਆਊਗਾ ਉਦੋਂ ਛਕਾਂਗੇ। ਭਾਈ ਮਰਦਾਨਾ ਜੀ ਨੂੰ ਪਤਾ ਹੀ ਆਪਾਂ ਕਿ ਉਹ ਕਿੱਦਾਂ ਦਾ ਸੁਭਾਅ ਸੀ। ਗੁਰੂ ਨਾਨਕ ਸਾਹਿਬ ਜੀ ਨੂੰ ਵੇਖਣ ਲੱਗੇ, ਸੋਚਦੇ ਸੀ ਮੈਨੂੰ ਕਹਿਣ ਤੇ ਜਾ ਪ੍ਰਸ਼ਾਦਾ ਛਕ ਲਾ। ਹੱਥ ਜੋੜ ਕੇ ਕਹਿਣ ਲੱਗੇ ਪਾਤਸ਼ਾਹ ਜੀ ਮੈਂ ਛਕਿਆ ਵਾਂ, ਚਲੋ ਮੈਂ ਛਕੇ ਆਉਣਾ ਇਹਨਾਂ ਦੇ ਨਾਲ। ਇੱਥੇ ਦੋਸਤੀ ਵਾਲਾ ਢੰਗ ਸੀ। ਉਹ ਕਹਿਣ ਲੱਗੇ ਮਰਦਾਨਿਆਂ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਭੋਜਨ ਦੀ ਹਕੀਕਤ ਦੱਸਦਾ ਵੀ ਭੋਜਨ ਦੀ ਹਕੀਕਤ ਕੀ ਹੁੰਦੀ ਆ। ਜਦੋਂ ਬਾਹਲਾ ਪ੍ਰਸ਼ਾਦਾ ਆਪਾਂ ਛਕ ਲੈਂਦੇ ਹਾਂ, ਕਹਿਣਾ ਇਹ ਸੀ ਵੀ ਉਦੋਂ ਚੌਂਕੜਾ ਨਹੀਂ ਵੱਜ ਸਕਦਾ, ਉਦੋਂ ਰਬਾਬ ਨਹੀਂ ਵੱਜ ਸਕਦੀ, ਉਦੋਂ ਨੀਂਦ ਆਉਣ ਲੱਗ ਜਾਂਦੀ, ਆਲਸ ਪੈਂਦੀ ਆ। ਤੈਨੂੰ ਮੈਂ ਪ੍ਰਸ਼ਾਦੇ ਦੀ ਹਕੀਕਤ ਦੱਸਾਂ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਹਕੀਕਤ ਵੀ ਇੱਥੇ ਆ, ਤੁਸੀਂ ਵੀ ਇੱਥੇ ਹੀ ਆ। ਹਕੀਕਤ ਵੀ ਇੱਥੇ ਹੀ ਆ ਭੋਜਨ ਦੀ, ਤੁਸੀਂ ਵੀ ਇੱਥੇ ਹੀ ਆ। ਪਹਿਲਾਂ ਰੁਕ ਜਾਓ, ਮੈਨੂੰ ਪ੍ਰਸ਼ਾਦਾ ਛਕ ਕੇ ਆਉਣ ਦਿਓ, ਮੈਂ ਪ੍ਰਸ਼ਾਦਾ ਛਕ ਕੇ ਆਉਣਾ, ਫਿਰ ਮੈਨੂੰ ਦੱਸਿਓ ਭੋਜਨ ਦੀ ਹਕੀਕਤ ਕੀ ਹੁੰਦੀ ਆ। ਇਹ ਜਨਮ ਸਾਖੀ ਦੇ ਦੋਸਤ, ਜਿਵੇਂ ਆਪਾਂ ਦੋਸਤ ਨੂੰ ਮਜ਼ਾਕ ਕਰਦੇ ਹਾਂ, ਇੱਦਾਂ ਦੇ ਬੋਲ ਆ। ਗੁਰੂ ਮਹਾਰਾਜ ਲਈ ਭਾਈ ਮਰਦਾਨਾ ਜੀ ਕੋਈ ਮਰਾਸੀ ਜਾਂ ਡੂਮ ਨਹੀਂ ਹੈਗੇ, ਉਹਨਾਂ ਲਈ ਭਰਾ ਨੇ। ਲੋਕਾਂ ਲਈ ਉਹ ਕਰਾਈਏ ਦੇ ਡੂਮ ਆ, ਡੂਮ ਮਰਾਸੀ ਨੂੰ ਕਹਿੰਦੇ ਆ, ਤਾਂ ਇਹਨੂੰ ਫਿਰ ਭਾਸ਼ਾ ਦਾ ਬਦਲ ਕਰਕੇ ਉਹਨੂੰ ਡੂਮ ਕਿਹਾ ਜਾਂਦਾ। ਇਹ ਸਾਰੀਆਂ ਚੀਜ਼ਾਂ ਗੁਰੂ ਪਿਆਰੀ ਸੰਗਤ ਜੀ ਮਹਾਰਾਜ ਲਈ ਉਹਨਾਂ ਦੇ ਦੋਸਤ ਆ। ਉਹ ਕਹਿ ਰਹੇ ਆ ਭੋਜਨ ਦੀ ਹਕੀਕਤ ਵੀ ਇੱਥੇ ਆ, ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ। ਪਹਿਲਾਂ ਮੈਨੂੰ ਪ੍ਰਸ਼ਾਦਾ ਛਕਣ ਦਿਓ, ਉਦੋਂ ਬਾਅਦ ਦੱਸਿਓ ਵੀ ਭੋਜਨ ਦੀ ਹਕੀਕਤ ਕੀ ਹੁੰਦੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਘਟਨਾਵਾਂ ਵਿੱਚ ਬਹੁਤ ਪਿਆਰ ਵਾਲੀਆਂ ਵੀ ਆਉਂਦੀਆਂ, ਹਾਸੇ ਵਾਲੀਆਂ ਵੀ ਆਉਂਦੀਆਂ ਨੇ, ਅਤੇ ਬਹੁਤ ਵਿਰਾਗ ਵਾਲੀਆਂ ਵੀ ਆਉਂਦੀਆਂ, ਗਿਆਨ ਵਾਲੀਆਂ ਵੀ ਆਉਂਦੀਆਂ। ਜਿਹੜੀ ਜਨਮ ਸਾਖੀ ਆ ਭਾਈ ਬਾਲਾ ਜੀ ਵਾਲੀ, ਸੋ ਗੁਰੂ ਪਿਆਰੀ ਸੰਗਤ ਜੀ ਐਸੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਹੁਤ ਪਿਆਰ ਬਖਸ਼ਦੇ ਆ। ਤਾਂ ਕਿਉਂ ਨਾ ਆਪਾਂ ਉਹਨਾਂ ਨੂੰ ਯਾਦ ਕਰੀਏ, ਕਿਉਂ ਨਾ ਐਸੇ ਸਾਹਿਬ ਨੂੰ ਵਾਹ ਕਹੀਏ। ਜ਼ਿੰਦਗੀ ਬਹੁਤ ਛੋਟੀ ਹੁੰਦੀ ਆ, ਬਹੁਤ ਛੋਟੀ ਹੁੰਦੀ ਆ। ਨਿੱਕੀ ਕਹਾਣੀ ਵਾਂਗ ਸੱਚ ਜਾਣੋ ਲੰਘ ਜਾਂਦੀ ਆ, ਪਰ ਬੰਦਾ ਜੇ ਪਿਆਰ ਨਾ ਰਵੇ ਛੋਟੀ ਜ਼ਿੰਦਗੀ ਵੀ ਵਧੀਆ। ਜੇ 100 ਸਾਲ ਵੀ ਜੀ ਲਵੇ ਨਫ਼ਰਤ ਨਾਲ ਜਿਉਵੇਂ ਫਿਰ ਉਹ ਕੰਡਿਆਂ ਵਰਗੀ ਆ। ਨਾਲੇ ਆਪ ਦੁਖੀ, ਨਾਲੇ ਦੂਜਿਆਂ ਦੇ ਚੁਭਣਾ, ਨਾਲੇ ਆਪ ਦੁਖੀ, ਨਾਲੇ ਦੂਜਿਆਂ ਦੇ ਕੰਡੇ ਬਣ ਕੇ ਕਈ ਲੋਕ ਚੁਭਦੇ ਆ। ਭੁੱਲ ਚੁੱਕ ਦੀ ਖਿਮਾ, ਆਓ ਕੰਡਿਆਂ ਤੋਂ ਫੁੱਲ ਬਣਨ ਦਾ ਯਤਨ ਕਰੀਏ। ਬਸ ਇੱਕੋ ਹੀ ਤਰੀਕਾ ਉਹ ਵਾਹਿਗੁਰੂ ਕਹਿ ਕੇ ਹੋ ਸਕਦਾ। ਸੁਭਾਅ ਬਦਲ, ਇਵੇਂ ਬਦਲਾਵ ਆਊਗਾ, ਹੋਰ ਕੋਈ ਤਰੀਕਾ ਨਹੀਂ। ਇਵੇਂ ਸੁਭਾਅ ਬਦਲਦਾ ਸਿਮਰਨ ਦੇ ਨਾਲ, ਸੰਗਤ ਦੇ ਨਾਲ। ਵਾਹਿਗੁਰੂ 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 ਵਾਹਿਗੁਰੂ